अस्सलामुअलैकुम या साहिबुल असर व ज़मान वफ़िज़ान मुर्शद दे हैदर। तमाम झगड़ियां ਦੀ ਵਜ੍ਹਾ ਮਿਲ ਗਈ ਹੈ ਜੀ। ਇਹ ਗਜ਼ਨੀ ਸਿਸਟਮ ਚੱਲ ਰਿਹਾ, ਗਜ਼ਨੀ ਸਿਸਟਮ। ਜਿਹਨੇ ਆਮਰ ਖਾਨ ਦੀ ਫਿਲਮ ਨਹੀਂ ਨਾ ਵੇਖੀ ਗਜ਼ਨੀ, ਉਹ ਵੇਖੇ ਤਾਂ ਉਹਨੂੰ ਸ਼ਾਇਦ ਸਮਝ ਲੱਗ ਜਾਏਗੀ। ਇਹ ਜਿਹੜੇ ਕਹਿੰਦੇ ਨੇ ਨਾ, ਜਿਹੜਾ ਲੋਕ ਜੋ ਵੀ ਕਹਿੰਦੇ ਨੇ, ਇਹਦੀ ਅਸਲ ਵਜ੍ਹਾ ਪਤਾ ਕੀ, ਉਹ ਸਮਝਦੇ ਨਹੀਂ ਕਿ ਕੀ ਕਹਿੰਦੇ ਨੇ। ਨਾ ਤੇ ਉਹ ਸਮਝਦੇ ਨੇ ਕੀ ਕਹਿੰਦੇ ਨੇ, ਨਾ ਹੀ ਉਹਦੇ ਉੱਤੇ ਅਮਲ ਕਰਦੇ ਨੇ, ਸਿਰਫ ਜ਼ੁਬਾਨ ਨਾਲ ਕਹਿੰਦੇ ਨੇ। ਇਹ ਤਮਾਮ ਝਗੜਿਆਂ ਦੀ ਵਜ੍ਹਾ ਹੈ। ਉਹਦੀਆਂ ਮੈਂ ਮਿਸਾਲਾਂ ਵੀ ਦਿੱਤੀਆਂ ਨੇ, ਉਮੀਦ ਹੈ ਤੁਸੀਂ ਸਮਝ ਜਾਓਗੇ। ਠੀਕ ਹੈ, ਤੇ ਮੈਂ ਇੱਕ ਤੀਰ ਨਾਲ ਬਹੁਤ ਸਾਰੇ ਸ਼ਿਕਾਰ ਕਰ ਰਿਹਾ ਇਹਦੇ ਵਿੱਚ, ਤੇ ਤਕਰੀਬਨ ਇਹ ਓਵਰਆਲ ਸਾਰਿਆਂ ਵਾਸਤੇ ਵੀਡੀਓ ਹੈ। ਮਸਲਨ ਕਹਿੰਦੇ ਨੇ ਕੁਰਾਨ ਹਿਦਾਇਤ ਦੀ ਕਿਤਾਬ ਹੈ, ਮੰਨਦੇ ਨੇ, ਪਰ ਹਿਦਾਇਤ ਲੈਂਦੇ ਨਹੀਂ। ਜੇ ਤਰਜਮੇ ਨਾਲ ਪੜ੍ਹਿਆ ਹੈ, ਬਸ ਤਰਜਮੇ ਨਾਲ ਪੜ੍ਹਿਆ ਹੀ ਨਹੀਂ ਜਾਂ ਸਮਝਿਆ ਹੀ ਨਹੀਂ। ਇੱਥੋਂ ਤੱਕ ਕਿ ਕਲਮਾ ਪੜ੍ਹਦੇ ਨੇ, ਲੇਕਿਨ ਇਹਦਾ ਮਤਲਬ ਕੀ ਹੈ ਨਹੀਂ ਪਤਾ। ਠੀਕ ਹੈ, ਅੱਛਾ, ਇੱਕ ਗੱਲ ਇਹ ਵੀ ਕਾਮਨ ਹੋ ਗਈ, ਸਾਰਿਆਂ ਨੂੰ ਪਤਾ। ਅੱਲਾ ਨੂੰ ਮੰਨਦੇ ਆ, ਪਰ ਇਹਦੇ ਔਲੀਆ ਨਾਲ ਜੰਗ ਵੀ ਕਰਦੇ ਆ, ਤੇ ਔਲੀਆ ਅੱਲਾ ਦੇ ਜਿਹੜੇ ਦੁਸ਼ਮਣ ਉਹਨਾਂ ਦੇ ਮਰੀਦ ਵੀ ਹੈ। ਇਹ ਕੈਸੀ ਗੱਲ ਹੈ, ਕੈਸਾ ਪਾਗਲਪਨ ਹੈ। ਠੀਕ ਹੈ, ਕੁਰਾਨ ਨੂੰ ਹਦਾਇਤ ਦੀ ਕਿਤਾਬ ਵੀ ਮੰਨਦੇ ਨੇ, ਹਦਾਇਤ ਲੈਂਦੇ ਵੀ ਕੋਈ ਨਹੀਂ। ਠੀਕ ਹੈ, ਨਬੀ ਪਾਕ ਨੇ ਫਰਮਾਇਆ ਦੀਨ ਅਹਿਲੇ ਬੈਤ ਤੇ ਕੁਰਾਨ ਤੋਂ ਲੈਣਾ, ਮੰਨਦੇ ਵੀ ਹਾਂ, ਹਾਂ ਬਿਲਕੁਲ ਠੀਕ ਫਰਮਾਇਆ, ਪਰ ਲੈਂਦੇ ਵੀ ਨਹੀਂ। ਠੀਕ ਹੈ, ਅੱਛਾ, ਜਿਹਨੂੰ ਦੋਸਤ ਕਹਿੰਦੇ ਨੇ, ਫਿਰ ਉਹਨੂੰ ਨਾਲ ਦੋਸਤੀ ਨਿਭਾਉਂਦੇ ਨਹੀਂ, ਸਿਰਫ ਨਾਮ ਦਾ ਦੋਸਤ ਹੈ। ਜਿਹਨੂੰ ਬੀਵੀ ਕਹਿੰਦੇ ਹੋ, ਬੀਵੀ ਦੇ ਹੱਕ ਵੀ ਅਦਾ ਨਹੀਂ ਕਰਦੇ, ਉਸ ਤੋਂ ਵੀ ਗਾਫਲ ਜਾਣ ਬੁੱਝ ਕੇ। ਉਵੇਂ ਕਹਿ ਲਓ ਕਿ ਮੈਂ ਜੀ ਅਸੀਂ ਤੇ ਹੈ ਹੀ ਇੱਕ ਦੂਸਰੇ ਵਾਸਤੇ, ਲੇਕਿਨ ਹੱਕ ਦਾ ਕੋਈ ਨਹੀਂ। ਜਿਹਨੂੰ ਸ਼ੋਹਰ, ਔਰਤ ਜਿਹਨੂੰ ਸ਼ੋਹਰ ਕਹਿੰਦੀ ਏ, ਜਾਂ ਬੰਦਾ ਜਿਹਨੂੰ ਆਪਣਾ ਮਾਲਕ ਮੰਨਦਾ ਹੈ, ਜਾਂ ਬੀਵੀ ਜਿਸ ਨੂੰ ਆਪਣਾ ਮਾਲਕ ਮੰਨਦੀ ਹੈ, ਉਹਦੇ ਹਕੂਕ ਤੋਂ ਗਾਫਿਲ। ਇਸ ਕੋਈ ਵੀ ਅਗਰ ਰਿਸ਼ਤਾ ਜਿਹਨੂੰ ਅਸੀਂ ਕੋਈ ਨਾਮ ਦੇਨੇ ਨਾ ਕਿਸੇ ਰਿਸ਼ਤੇ ਨੂੰ, ਉਹਦੇ ਕੁਝ ਹਕੂਕ ਹੁੰਦੇ ਨੇ, ਲੇਕਿਨ ਹਕੂਕ ਤੋਂ ਗਾਫਿਲ ਹਾਂ ਤੇ ਜਾਣ ਬੁੱਝ ਕੇ ਗਾਫਿਲ ਹਾਂ। ਠੀਕ ਹੈ, ਉਹ ਹੀ ਗਜ਼ਨੀ ਸਿਸਟਮ। ਜਿਹਨੂੰ ਮਾਂ ਬਾਪ ਕਹਿੰਦੇ ਆ, ਉਹਨਾਂ ਦੇ ਹਕੂਕ ਤੋਂ ਗਾਫਿਲ। ਜਿਹਨੂੰ ਔਲਾਦ ਕਹੀਦਾ, ਫਿਰ ਅੱਗੋਂ ਉਹਨਾਂ ਦੇ ਹਕੂਕ ਤੋਂ ਗਾਫਿਲ, ਕਿ ਸਾਡੇ ਔਲਾਦ ਦੇ ਕੀ ਹਕੂਕ ਨੇ। ਯਾਨੀ ਕਿ ਸਿਰਫ ਨਾ ਅਸੀਂ ਰਿਸ਼ਤੇ ਐਵੇਂ ਫਰੀ ਦੇ ਵਿੱਚ ਰੱਖੀ ਜਾ ਰਹੇ ਹਾਂ ਕਿ ਉਹਨੂੰ ਜੋ ਮੂੰਹ ਚ ਆਇਆ ਕਹਿ ਦਿੱਤਾ, ਜੋ ਮੂੰਹ ਚ ਆਇਆ ਕਹਿ ਦਿੱਤਾ, ਜਿਵੇਂ ਕੰਟਰੋਲ ਹੀ ਨਹੀਂ ਹੁੰਦਾ ਬੰਦੇ ਦਾ। ਤੇ ਲੇਕਿਨ ਉਹਨੂੰ ਨਾ ਸਮਝਦੇ ਆ ਤੇ ਨਾ ਉਹਨੂੰ ਅਪਲਾਈ ਕਰਦੇ ਆਪਣੀ ਜ਼ਿੰਦਗੀ ਦੇ ਵਿੱਚ। ਜਿਹਨੂੰ ਭੈਣ ਭਰਾ ਕਹਿੰਦੇ ਆ, ਫਿਰ ਉਹਨਾਂ ਦੇ ਹਕੂਕ ਤੋਂ ਗਾਫਿਲ। ਜਿਹਨੂੰ ਦੋਸਤ ਕਹਿੰਦੇ ਹੋ, ਦੋਸਤੀ ਦੇ ਹਕੂਕ ਤੋਂ ਗਾਫਿਲ। ਪਤਾ ਲੱਗਾ ਸਿਰਫ ਸਾਡੀ ਜ਼ਬਾਨੀ ਕਲਾਮੀ ਇਹ ਗੱਲਾਂ ਨੇ, ਅਗਰ ਇਹਨਾਂ ਨੂੰ ਅਸੀਂ ਅਮਲੀ ਜਾਮਾ ਪਹਿਨਾਈਏ, ਅਗਰ ਅਸੀਂ ਆਪਣੀ ਜ਼ਿੰਦਗੀ ਵਿੱਚ ਇਹਨੂੰ ਅਪਲਾਈ ਕਰੀਏ, ਤਾਂ ਕੋਈ ਬਿਹਤਰ ਰਿਜ਼ਲਟ ਮਿਲ ਸਕਦਾ। ਠੀਕ ਹੈ, ਉਹ ਤੂੰ ਸਾਡਾ ਪੁੱਤਰ ਹੈ, ਲੇਕਿਨ ਉਹ ਤੂੰ ਸਿਰਫ 10 ਕਰ ਲੈ, ਤੈਨੂੰ ਨੌਕਰੀ ਪੱਕੀ। ਉਹ ਹਰ ਰਿਸ਼ਤੇਦਾਰਾਂ ਦੇ ਵਿੱਚ ਨਾ ਇਹੋ ਜਿਹੇ ਕੋਈ ਬੰਦੇ ਹੁੰਦੇ ਨੇ, ਉਹ ਬਾਅਦ ਚੋਂ ਲੱਭਦਾ ਹੀ ਨਹੀਂ ਕਿੱਥੇ ਹੈ। ਇਹ ਹਰ ਰਿਸ਼ਤੇਦਾਰਾਂ ਵਿੱਚ, ਮੈਂ ਤਾਂ ਸਮਝਦਾ ਸਾਡੇ ਵਿੱਚ, ਹਰ ਬੰਦੇ ਵਿੱਚ ਹੁੰਦੇ। ਉਹ ਬਸ ਤੂੰ ਫਲਾਨਿਆ, ਤੂੰ ਆਪਣੇ ਮੁੰਡੇ ਨੂੰ ਪੜ੍ਹਾ ਲੈ, ਜੇ ਤੂੰ ਆਪਣੇ ਮੁੰਡੇ ਨੂੰ ਪੜ੍ਹਾਇਆ ਹੁੰਦਾ। ਯਾਨੀ ਕਿ ਸਿਰਫ ਕਹਿਣ ਦੀਆਂ ਗੱਲਾਂ ਨੇ, ਮੇਰਾ ਟੌਪਿਕ ਇਹ ਨਹੀਂ ਸੀ, ਪਰ ਇਹੋ ਜਿਹੇ ਲੋਕ ਹੁੰਦੇ ਨੇ। ਜੀ ਅੱਲਾ ਤੇ ਉਹਦੇ ਪਿਆਰਿਆਂ ਦੇ ਆਸ਼ਿਕ ਹਾਂ, ਅਸੀਂ ਔਲੀਆ ਅੱਲਾ ਦੇ ਆਸ਼ਿਕ ਹਾਂ, ਅਸੀਂ ਅੱਲਾ ਤੇ ਉਹਦੇ ਰਸੂਲ ਦੇ ਪਿਆਰਿਆਂ ਦੇ ਵੀ ਆਸ਼ਿਕ ਹਾਂ, ਪਰ ਫਿਰ ਉਹਨਾਂ ਦੇ ਦੁਸ਼ਮਣਾਂ ਦੇ ਵੀ ਆਸ਼ਿਕ ਨੇ। ਇਹ ਕਿਸਾ ਪਾਗਲਪਨ ਨੇ, ਕੀ ਇਹ ਹੋ ਗਿਆ। ਮੈਂ ਉਹ ਗੱਲ ਆਉਂਦਾ ਕਿ ਮੈਂ ਕੀ ਕਵਾਂ ਇਹਨਾਂ ਨੂੰ। ਅੱਲਾ ਤੇ ਉਹਦੇ ਰਸੂਲ ਦੇ ਵੀ ਆਸ਼ਿਕ ਹਾਂ, ਉਹਦੀ ਆਲ ਦੇ ਵੀ ਆਸ਼ਿਕ ਹਾਂ, ਪਰ ਉਹਨਾਂ ਦੇ ਦੁਸ਼ਮਣਾਂ ਦੇ ਵੀ ਆਸ਼ਿਕ ਹਨ। ਉਹ ਤੁਹਾਨੂੰ ਕੀ ਹੋ ਗਿਆ। ਅੱਛਾ, ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ 'ਚ ਗੁਸਤਾਖੀ ਕਰਨ ਵਾਲਾ ਕਾਫਰ ਹੈ, ਸਾਡਾ ਦੁਸ਼ਮਣ ਹੈ ਜੀ। ਇਹ ਨਾਰੇ ਨੇ ਜੀ, ਸਾਡਾ ਦੁਸ਼ਮਣ ਹੈ, ਕਾਫਰ ਹੈ। ਪਰ ਜਿਹੜਾ ਕੋਈ ਆਲੇ ਰਸੂਲ ਦਾ ਐਡਾ ਕੋਈ ਜਿਗਰਾ ਕਰਦਾ ਹੈ, ਜਿਹੜਾ ਉਹਨਾਂ ਦੇ ਦੁਸ਼ਮਣਾਂ ਨਾਲ ਦੁਸ਼ਮਣੀ ਕਰਦਾ, ਉਹਨਾਂ ਨੂੰ ਬੁਰਾ ਭਲਾ ਕਹਿੰਦਾ, ਫਿਰ ਉਹਦੇ ਨਾਲ ਵੀ ਦੁਸ਼ਮਣੀ ਕਰਨ ਲੱਗ ਜਾਂਦੇ ਨੇ, ਉਹਨੂੰ ਵੀ ਕਾਫਰ ਕਹਿਣ ਲੱਗ ਜਾਂਦੇ ਨੇ। ਉਹ ਤੋਂ ਬਾਅਦ ਤੁਸੀਂ ਉਹ ਕੀ ਚਾਹੁੰਦੇ ਹੋ। ਤੁਸੀਂ ਜਿਸ ਤੁਹਾਡੀ ਸਮਝ ਨਹੀਂ ਆ ਰਹੀ ਕਿ ਤੁਸੀਂ ਕਹਿੰਦੇ ਕੀ ਪਏ ਹੋ। ਜੋ ਕਹਿੰਦੇ ਪਏ ਹੋ ਉਹਨੂੰ ਸਮਝੋ, ਤੁਸੀਂ ਕਹਿਣ ਕੀ ਦੇ ਹੋ, ਫਿਰ ਉਹ ਤੁਹਾਨੂੰ ਅਮਲੀ ਜ਼ਿੰਦਗੀ 'ਚ ਉਹਨੂੰ ਅਪਣਾਉਣਾ ਕਿਵੇਂ। ਅੱਛਾ ਜੀ, ਸਾਡਾ ਲੀਡਰ, ਸਾਡਾ ਆਕਾ, ਸਾਡਾ ਲੀਡਰ, ਸਾਡਾ ਇਮਾਮੇ ਜ਼ਮਾਨਾ ਹੈ। ਠੀਕ ਹੈ, ਅਸੀਂ ਉਹਦੀ ਬੈਅਤ ਕਰਨੀ ਹੈ, ਅਸੀਂ ਇਮਾਮੇ ਜ਼ਮਾਨਾ ਹੈ। ਪਰ ਨਾ ਖੁਸ਼ੀ ਵਿੱਚ ਉਹਨੂੰ ਕਦੀ ਯਾਦ ਕੀਤਾ, ਨਾ ਗਮੀ ਵਿੱਚ ਉਹਨੂੰ ਕਦੀ ਯਾਦ ਕੀਤਾ, ਨਾ ਦੀਨ ਉਹਦੇ ਤੋਂ ਲਿਆ। ਜੀ ਤੁਸੀਂ ਲਿਆ ਕਿ ਆਪਣੇ ਲੀਡਰ ਤੋਂ, ਨਾ ਉਹਨੂੰ ਕਦੀ ਯਾਦ ਕੀਤਾ, ਨਾ ਤੁਸੀਂ ਕੀਤਾ ਕੀ ਹੈ ਯਾਰ। ਠੀਕ ਹੈ, ਤੁਸੀਂ ਕੀਤਾ ਕੀ, ਨਾ ਤੇ ਦੀਨ ਉਹਦੇ ਕੋਲ ਲਿਆ। ਤੁਸੀਂ ਕੀਤਾ ਕੀ ਹੈ, ਤੁਸੀਂ ਗਜਨੀ ਹੋ, ਬਲਕਿ ਗਜਨੀ ਤੋਂ ਵੀ ਡਬਲ ਟਰਬਲ ਗਜਨੀ ਹੋ ਤੁਸੀਂ। ਅੱਛਾ ਜੀ, ਫਿਰ ਵੱਡਾ ਜੁਮਲਾ, ਅਸੀਂ ਤਾਂ ਆਲੇ ਰਸੂਲ ਦੇ ਗੁਲਾਮਾਂ ਦੇ ਵੀ ਗੁਲਾਮ ਆ, ਉਹਨਾਂ ਦੇ ਨੌਕਰਾਂ ਦੇ ਵੀ ਨੌਕਰ, ਉਹਨਾਂ ਦੇ ਕੁੱਤਿਆਂ ਦੇ ਕੁੱਤੇ। ਇਹੋ ਜਿਹੇ ਬੰਦੇ ਨੂੰ ਮੇਰਾ ਦਿਲ ਕਰਦਾ ਜੁੱਤੀਆਂ ਲਾਵਾਂ ਤੇ ਕੁੱਟੀ ਜਾਵਾਂ, 100 ਗਿਣ ਕੇ ਫਿਰ ਭੁੱਲ ਜਾਵਾਂ, ਫਿਰ ਸੌਰੀ ਦੁਬਾਰਾ ਤੋਂ ਸ਼ੁਰੂ ਕਰਾਂ। ਪਰ ਹਕੀਕਤ ਵਿੱਚ ਆਪਣੇ ਮੌਲਾ ਦਾ ਖੁਮਸ ਵੀ ਖਾ ਜਾਂਦੇ ਨੇ ਬਗੈਰਤ, ਆਪਣੇ ਮਾਲਕ ਦਾ ਖੁਮਸ ਵੀ ਖਾ ਜਾਂਦੇ ਨੇ। ਪਤਾ ਹੀ ਨਹੀਂ ਖੁਮਸ ਕਿਹਨੂੰ ਕਹਿੰਦੇ ਨੇ, ਹੁੰਦਾ ਕੀ ਹੈ, ਤੇ ਉਹ ਵੀ ਖਾ ਜਾਂਦੇ ਨੇ। ਫਿਰ ਮੌਲਾ ਦਾ ਤੇ ਖਾਣਾ ਹੀ ਖਾਣਾ, ਇਹ ਤੇ ਮੌਲਾ ਨੂੰ ਹੀ ਛੱਡ ਦੇ, ਬਾਕੀਆਂ ਨੂੰ ਕੀ ਕਰਨਾ। ਫਿਰ ਅੱਗੋਂ ਕੀ ਕਹਿੰਦੇ ਨੇ, ਉਹ ਮੋਮਨਾ ਦੇ ਹਿੱਸੇ ਦਾ ਤੇ ਖਾਣਾ ਵੀ ਖਾ ਜਾਂਦੇ ਨੇ। ਐਸੇ ਬੇਗੈਰਤ।
ਅੱਗੇ ਕੀ ਦਾਅਵਾ ਕਰ ਰਹੇ ਸੀ ਅਸੀਂ ਨੌਕਰਾਂ ਦੇ ਨੌਕਰ ਹਾਂ, ਤੇ ਹਕੀਕਤ 'ਚ ਕੀ ਉਹਨਾਂ ਦੇ ਹਿੱਸੇ ਦਾ ਖਾਣਾ ਵੀ ਖਾ ਜਾਂਦੇ, ਉਹਨਾਂ ਦੇ ਹਿੱਸੇ ਦੀਆਂ ਨੌਕਰੀਆਂ ਵੀ ਖਾ ਜਾਂਦੇ ਨੇ, ਉਹਨਾਂ ਦੇ ਹਿੱਸੇ ਦੇ ਪਲਾਟ ਵੀ ਖਾ ਜਾਂਦੇ ਨੇ। ਯਾਨੀ ਕਿ ਜਿਹੜਾ ਮੌਲਾ ਦਾ ਖੁਮਸ ਖਾ ਗਿਆ ਉਹਦੇ ਵਾਸਤੇ ਬਾਕੀ ਸਭ ਜਾਇਜ਼ ਹੋ ਗਿਆ, ਉਹਨੇ ਕੀ ਕਰਨਾ। ਅੱਛਾ, ਮੌਲਾ ਦੇ ਦੁਸ਼ਮਣਾਂ ਦੇ ਸਾਹਮਣੇ ਜਿੱਥੇ ਵੀ ਕਿਤੇ ਹੁੰਦੇ ਨੇ ਕਾਰੋਬਾਰ ਦੇ ਵਿੱਚ, ਜਿੱਥੇ ਵੀ ਕਿਤੇ ਜੀ ਹਜ਼ੂਰ, ਜੀ ਬੌਸ, ਜੀ ਜੀ ਸਰ, ਜੀ ਅੱਛਾ ਸਰ, ਐਸੇ ਹੀ ਹੋਗਾ। ਕਸਟਮਰ ਦੇ ਨਾਲ ਵੀ ਐਸੇ ਹੀ ਡੀਲਿੰਗ, ਜੀ ਸਰ, ਅੱਛਾ ਜੀ, ਓਕੇ, ਠੀਕ ਹੈ। ਤੇ ਪਰ ਜਦੋਂ ਮੋਮਨਾਂ ਦੇ ਸਾਹਮਣੇ ਮਿਲਦੇ ਨੇ, ਉਹਨਾਂ ਦਾ ਸਾਹਮਣਾ ਹੁੰਦਾ ਹੈ, ਤੇ ਜਨਾਬ 2026 ਦੇ ਅਪਡੇਟ ਸ਼ੁਦਾ ਫਿਰੌਨ ਬਣ ਜਾਂਦੇ ਨੇ ਜੀ। ਐਸੇ ਅਪਡੇਟਡ ਫਿਰੌਨ ਬਣਦੇ ਨੇ ਉਹਨਾਂ ਦੇ ਸਾਹਮਣੇ ਕਿ ਤੋਬਾ ਨਊਜ਼ ਬਿल्ला, ਓਏ ਹੋਏ ਅਸਤਗਫਿਰੁल्लाह। ਉਹਨਾਂ ਦੇ ਸਾਹਮਣੇ ਇਹੋ ਜਿਹੀ ਦਹਿਸ਼ਤ ਪੇਸ਼ ਕਰਦੇ ਨੇ ਕਿ ਇਹਨਾਂ ਤੋਂ ਵੱਡਾ ਫਿਰੌਨ ਆਜ਼ਮ ਹੀ ਕੋਈ ਨਹੀਂ। ਤੇ ਮੌਲਾ ਦੇ ਦੁਸ਼ਮਣਾਂ ਦੇ ਸਾਹਮਣੇ ਇੰਝ ਬਿੱਲੀ ਬਣ ਕੇ ਰਹਿੰਦੇ ਨੇ। ਮੇਰੇ ਕਹਿਣ ਦਾ ਮਕਸਦ ਇਹ ਕਿ ਜਾਂ ਤੇ ਇਹ ਤੁਸੀਂ ਨਾ ਐਡੀ ਵੱਡੀਆਂ ਗੱਲਾਂ ਨਾ ਮਾਰੋ, ਐਡੀਆਂ ਵੱਡੀਆਂ ਫੂੜਾਂ ਨਾ ਮਾਰੋ ਕਿ ਅਸੀਂ ਉਹਨਾਂ ਦੇ ਗੁਲਾਮਾਂ ਦੇ ਵੀ ਗੁਲਾਮ, ਅਸੀਂ ਉਹਨਾਂ ਦੇ ਨੌਕਰਾਂ ਦੇ ਵੀ ਨੌਕਰ ਆ। ਫਿਰ ਇਹ ਬਕਵਾਸ ਨਹੀਂ ਕਰਨੀ। ਤੇ ਜੇ ਤੂੰ ਮੰਨਦਾ ਹੈ ਨਾ ਕਿ ਬਈ ਮੈਂ ਉਹਨਾਂ ਦੇ ਨੌਕਰਾਂ ਦਾ ਨੌਕਰ, ਫਿਰ ਕੁਛ ਅਮਲੀ ਜਾਮਾ ਵੀ ਤੇ ਆਪਣੀ ਜ਼ਿੰਦਗੀ ਵਿੱਚ ਉਹਨੂੰ ਪਹਿਨਾ ਨਾ ਉਸ ਗੱਲ ਨੂੰ। ਤੂੰ ਅਮਲ ਦੇ ਵਿੱਚ ਕੀ ਲਿਆਂਦਾ ਉਸ ਗੱਲ ਨੂੰ ਜੀ। ਉਸ ਤਰ੍ਹਾਂ ਸਾਨੂੰ ਇਹ ਮੋਮਨ ਭਰਾ ਨੇ, ਸਾਨੂੰ ਆਪਣੇ ਭੈਣਾਂ ਭਰਾਵਾਂ ਨਾਲੋਂ ਅਜ਼ੀਜ਼ ਏ, ਪਰ ਅਕਰਬਾ ਪਰਵਰੀ ਹੈ ਕੈਸੀ ਗੱਲ ਏ। ਓਏ ਹੋਏ ਹੋਏ ਯਾਰ, ਤੁਸੀਂ ਫਿਰਦੇ ਕਿੱਥੇ ਪਏ ਹੋ? ਜਾਂ ਤੇ ਇਹ ਤੁਸੀਂ ਗੱਲਾਂ ਨਹੀਂ ਕਹਿਣੀਆਂ ਮੂੰਹ ਚੋਂ, ਅਸੀਂ ਤੇ ਨੌਕਰਾਂ ਦੇ ਵੀ ਨੌਕਰ, ਇਹ ਬਕਵਾਸ ਕਰਦੇ ਹੋ। ਕਦੀ ਤੁਹਾਡੇ ਜ਼ਮੀਰ ਨੇ ਤੁਹਾਨੂੰ ਕਦੀ ਗਾਲਾਂ ਨਹੀਂ ਦਿੱਤੀਆਂ ਤਾਂ ਕਿ ਤੁਸੀਂ ਕਹਿੰਦੇ ਕੀ ਪਏ ਹੋ? ਕਸਮੇ ਮੇਰੇ ਵਰਗਾ ਤੁਹਾਡਾ ਜ਼ਮੀਰ ਹੋਵੇ ਨਾ ਤੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੇ ਤੁਹਾਨੂੰ ਕਿ ਤੁਸੀਂ ਕਰਦੇ ਕੀ ਪਏ ਹੋ। ਬਸ ਮੇਰੀ ਇੰਨੀ ਦਰਖਾਸਤ ਏ, ਜਿਹਨੂੰ ਜੋ ਕਹੋ ਨਾ, ਜੋ ਕਹੋ, ਅਗਰ ਕਿਸੇ ਨੂੰ ਭਰਾ ਕਹੋ ਤੇ ਭਰਾ ਹੋਣ ਦਾ ਹੱਕ ਅਦਾ ਕਰੋ, ਅਗਰ ਕਿਸੇ ਨੂੰ ਦੋਸਤ ਕਹੋ ਤੇ ਉਹਨੂੰ ਦੋਸਤ ਹੋਣ ਦਾ ਹੱਕਦਾਰ ਕਹੋ, ਅਗਰ ਹਮਸਾਇਆ ਕਹੋ ਤੇ ਹਮਸਾਏ ਦਾ ਹੱਕ ਅਦਾ ਕਰੋ, ਅਗਰ ਉਹਨੂੰ ਅੱਬਾ ਕਹੋ ਤੇ ਫਿਰ ਕੰਜਰੋ ਕੋਈ ਸਹੀ ਔਲਾਦ ਹੀ ਗੰਦੀ ਨਾ ਬਣੋ, ਫਿਰ ਔਲਾਦ ਹੀ ਸਹੀ ਬਣ ਜਾਓ, ਜਾਂ ਤੇ ਉਹਨੂੰ ਅੱਬਾ ਨਾ ਕਹੋ। ਯਾਨੀ ਕਿ ਜੋ ਕਹਿਣਾ ਜੇ ਨਾ ਉਹ ਮੰਨਣਾ ਵੀ ਹੈ, ਜੋ ਕਹਿਣਾ ਹੈ ਉਹ ਮੰਨਣਾ ਵੀ ਹੈ। ਇਹ ਮੇਰੀ ਸਾਰੀ ਗੱਲ ਸਾਰਿਆਂ ਵਾਸਤੇ ਨਹੀਂ ਵੀ ਸੀ, ਕੁਛ ਗੱਲਾਂ ਮੇਰੀਆਂ ਸਾਰਿਆਂ ਵਾਸਤੇ ਨਹੀਂ ਵੀ ਸੀ। ਕਈਆਂ ਨੂੰ ਮੇਰੀ ਗੱਲਾਂ ਦਾ ਗੁੱਸਾ ਲੱਗ ਜਾਂਦਾ ਕਿ ਤੇਰਾ ਲਹਿਜਾ ਬੜਾ ਸਖਤ ਹੈਗਾ। ਯਾਰ ਜਿਹੜਾ ਬੰਦਾ ਗਲਤ ਹੈ ਨਾ, ਗਲਤ ਹੈ, ਮੈਨੂੰ ਮੇਰੇ ਵਾਸਤੇ ਉਹਨੂੰ ਰਹਿਤ ਹੈ ਹੀ ਕੋਈ ਨਹੀਂ, ਠੀਕ ਹੈ। ਤੇ ਵੈਸੇ ਵੀ ਮੈਂ ਕੋਈ ਤੁਹਾਡੇ ਕੋਲ ਇੱਜ਼ਤ ਦਾ ਭੁੱਖਾ ਨਹੀਂ ਕਿ ਮੇਰੀ ਇੱਜ਼ਤ ਕਰੋ ਤੇ ਨਾ ਮੇਰਾ ਕੋਈ ਫੋਲੋ ਕਰੋ, ਇੱਥੇ ਦੂਸਰਾ ਸ਼ੇਅਰ ਕਰੋ, ਮੈਂ ਇਸ ਚੀਜ਼ ਦਾ ਵੀ ਨਹੀਂ ਹੈ। ਮੇਰਾ ਕੰਮ ਹੈ ਹੱਕ ਪਹੁੰਚਾਉਣਾ। ਮੇਰੀ ਗੱਲ ਅਗਰ ਗਲਤ ਹੈ ਤਾਂ ਮੈਨੂੰ ਦੱਸੋ, ਠੀਕ ਹੈ। ਤੁਹਾਡਾ ਜ਼ਮੀਰ ਤੇ ਮਰ ਚੁੱਕਿਆ, ਉਹ ਤੇ ਤੁਹਾਡੇ ਨਾਲ ਗੱਲ ਕਰਦਾ ਨਹੀਂ, ਤੇ ਫਿਰ ਮੈਂ ਤਾਂ ਕੋਈ ਗੱਲ ਕਰਨੀ ਹੈ ਕਿ ਨਹੀਂ। ਬਸ ਜੋ ਕਹਿੰਦੇ ਹੋ ਨਾ ਉਹਨੂੰ ਸਮਝੋ ਤੇ ਫਿਰ ਉਹਨੂੰ ਤੇ ਅਮਲ ਵੀ ਕਰੋ, ਵਰਨਾ ਚੁੱਪ ਰਹੋ, ਮੁਨਾਫਕਤ ਨਾ ਕਰੋ, ਇਹ ਪਾਗਲ ਨਾ ਬਣੋ ਤੁਸੀਂ। ਜੋ ਮੈਨੂੰ ਪਤਾ ਤੁਸੀਂ ਕਹਿੰਦੇ ਠੀਕ ਹੋ, ਤੁਸੀਂ ਗਲਤ ਕਹਿੰਦੇ ਨਹੀਂ ਜੇ, ਪਰ ਤੁਹਾਡਾ ਉਹਦੇ ਤੇ ਅਮਲ ਨਹੀਂ ਹੈ, ਠੀਕ ਹੈ। ਤੁਹਾਨੂੰ ਖੁਦਾ ਦਾ ਵਾਸਤਾ ਤੁਸੀਂ ਚੁੱਪ ਵੀ ਨਹੀਂ ਰਹਿ ਸਕਦੇ, ਫਿਰ ਚੁੱਪ ਹੀ ਰਹਿ ਜਾਇਆ ਕਰੋ। ਕੋਈ ਬੰਦੇ ਕਹਿੰਦੇ ਯਾਰ ਤੇਰਾ ਲਹਿਜਾ ਬਹੁਤ ਸਖਤ ਹੈ, ਯਾਰ ਮੈਂ ਜਿਹੜੇ ਬੰਦੇ ਗਲਤ ਹੈ ਮੇਰਾ ਉਹਨਾਂ ਦੇ ਖਿਲਾਫ ਫਿਰ ਲਹਿਜਾ ਸਖਤ ਹੋ ਜਾਂਦਾ। ਮੈਂ ਮਾਜ਼ਰਤ ਚਾਹਾਂਗਾ ਅੱਛੇ ਲੋਕਾਂ ਤੋਂ ਵੀ, ਜਿਹੜੇ ਅੱਛੇ ਲੋਕ ਨੇ, ਲੇਕਿਨ ਕੀ ਕਰਾਂ, ਇਹਨਾਂ ਨੂੰ ਡੰਡੇ ਦੀ ਆਵਾਮ, ਇਹਨਾਂ ਨੂੰ ਡੰਡੇ ਨਾਲ ਸਮਝ ਆਉਂਦੀ, ਇਹਨਾਂ ਨੂੰ ਪਿਆਰ ਨਾਲ ਸਮਝ ਵੀ ਕੋਈ ਨਹੀਂ ਆਉਂਦੀ। ਤੇ ਫਿਲਹਾਲ ਤੇ ਮੈਂ ਗੱਲ ਹੀ ਕਰ ਰਿਹਾ, ਤੇ ਹੁਣ ਗੱਲ ਦਾ ਅਸਰ ਵੀ ਉਹ ਕਹਿੰਦੇ ਨੇ। ਬਸ ਮੈਨੂੰ ਗੱਲ ਯਾਦ ਆ ਗਈ, ਵੀਡੀਓ ਫਿਰ ਵੀ ਲੰਮੀ ਹੋ ਗਈ। ਉਹ ਇੱਕ ਬਾਬਾ ਬੰਦੂਕ ਲੈ ਕੇ ਜਾ ਰਿਹਾ, ਉਹਨਾਂ ਦਾ ਮੁੰਡੇ ਸੀ, ਉਹਨਾਂ ਕਿਹਾ ਬਾਬਾ ਬੰਦੂਕ ਲਈ ਜਾ ਰਿਹਾ, ਕੋਈ ਬੰਦਾ ਬੁੰਦਾ ਮਾਰਨਾ ਹੀ। ਤੇ ਅੱਗੋਂ ਬਾਬੇ ਨੇ ਪਤਾ ਕੀ ਕਿਹਾ, ਉਹਨਾਂ ਪੁੱਤਰ, ਉਹ ਬੰਦਾ ਤੇ ਪੁੱਤਰ ਗਾਲਣਾ ਹੀ ਮਰ ਜਾਂਦਾ ਹੈ, ਇਹ ਤੇ ਵੈਸੇ ਮੈਂ ਸੂਰ ਮਾਰਨ ਨੂੰ ਚੱਲਾਂ। ਤੇ ਗੱਲ ਕਰਨ ਦਾ ਮਕਸਦ ਹੈ, ਜਿਹਨੂੰ ਗੱਲ ਅਸਰ ਨਹੀਂ ਨਾ ਕਰਦੀ ਉਹਨੂੰ ਗੋਲੀ ਅਸਰ ਵੀ ਨਹੀਂ ਕਰਦੀ, ਉਹਨੂੰ ਡੰਡਾ ਅਸਰ ਵੀ ਨਹੀਂ ਕਰਦਾ। ਬਾਕੀ ਯਾਰ ਮੈਂ ਫਿਰ ਵੀ ਮਾਜ਼ਰਤ ਨਾਲ ਮੈਂ ਮਾਫੀ ਮੰਗ ਕੇ ਫਿਰ ਦੁਬਾਰਾ ਇੱਕ ਅਰਜ਼ ਕਰਨ ਲੱਗਾ ਸਾਰਿਆਂ ਵਾਸਤੇ, ਬਸ ਜੋ ਕਹੋ ਨਾ ਉਹਦੇ ਤੇ ਅਮਲ ਵੀ ਕਰੋ, ਉਹਨੂੰ ਸਮਝੋ ਕਿ ਅਸੀਂ ਕਹਿਣ ਕਿਦੇ ਹਾਂ, ਵਰਨਾ ਚੁੱਪ ਰਹੋ। ਯਾਰ ਤੁਹਾਡੀ ਮਿਹਰਬਾਨੀ, ਤੁਸੀਂ ਬੜੇ ਝਗੜਿਆਂ ਦੀ ਵਜ੍ਹਾ ਯਕੀਨ ਕਰੋ ਇਹੋ ਹੀ ਹੈ, ਤੁਸੀਂ ਜੋ ਕਹਿੰਦੇ ਹੋ ਨਾ ਤੁਸੀਂ ਉਹ ਮੰਨਦੇ ਨਹੀਂ ਹੋ। ਤੁਸੀਂ ਬਸ ਆਪਣੀ ਜ਼ਿੰਦਗੀ ਤਾਂ ਖੁਦ ਵੇਖ ਲੈਣਾ, ਮੈਂ ਕਿਹੜੀ ਕਿਹੜੀ ਚੀਜ਼ ਗਣਾਵਾਂ, ਮੈਂ ਗਣਾਵਾਂਗਾ ਤੇ ਹਜ਼ਾਰਾਂ ਚੀਜ਼ਾਂ ਨਿਕਲ ਆਉਣੀਆਂ ਨੇ। ਜਿਹਨੂੰ ਤੁਸੀਂ ਮਾਲਕ ਮੌਲਾ ਮੰਨਦੇ ਹੋ ਨਾ, ਬਸ ਫਿਰ ਉਹਦੇ ਹਕੂਕ ਵੀ ਅਦਾ ਕਰੋ, ਦੀਨ ਵੀ ਉਹਦੇ ਕੋਲ ਲਵੋ। ਜਿੰਦੇ ਦੁਸ਼ਮਣਾਂ ਤੇ ਅੱਲਾ ਨੇ ਲਾਨਤ ਕੀਤੀ ਹੈ ਨਾ, ਉਹਦੇ ਦੁਸ਼ਮਣਾਂ ਤੇ ਤੁਸੀਂ ਵੀ ਲਾਨਤ ਕਰੋ, ਫਿਰ ਉਹਨਾਂ ਦੇ ਆਸ਼ਿਕ ਨਾ ਬਣੋ, ਠੀਕ ਹੈ। ਤੇ ਜਦੋਂ ਕਹਿੰਦੇ ਨਾ ਮੋਮਨ ਸਾਡਾ ਭਰਾ ਹੈ, ਤੇ ਫਿਰ ਯਾਰ ਭਰਾ ਬਣ ਕੇ ਵਿਖਾਓ, ਠੀਕ ਹੈ। ਜਾਂ ਓਡੀ ਵੱਡੀ ਗੱਲ ਨਾ ਕਰੋ, ਜਿਹਨੂੰ ਮੁਰਸ਼ਦ ਮੰਨਿਆ ਜੇ, ਜਿਹਨੂੰ ਅੱਬਾ ਮੰਨਿਆ ਜੇ, ਜਿਹਨੂੰ ਲੀਡਰ ਮੰਨਿਆ ਜੇ ਨਾ, ਜਿਹਨੂੰ ਉਸਤਾਦ ਮੰਨਿਆ ਜੇ, ਫਿਰ ਯਾਰ ਉਹਦੀ ਉਹਨੀ ਕਿ ਇੱਜ਼ਤ ਵੀ ਕਰੋ, ਵਰਨਾ ਚੁੱਪ ਰਹੋ। ਤੁਹਾਡੀ ਮਿਹਰਬਾਨੀ। ਬਾਕੀ ਮੈਂ ਮੌਲਾ ਇਮਾਮ ਜ਼ਮਾਂ ਕੋ ਮਾफ़ी ਮੰਗ ਕੇ ਕਹਾਂਗਾ, ਮੇਰੀਆਂ ਅਗਰ ਕੋਈ ਕਿਸੇ ਨੂੰ ਦਿਲ ਆਜ਼ਾਰੀ ਹੋਈ ਹੋਵੇ ਤੇ ਮੈਂ ਮੌਲਾ ਕੋ ਮਾਜ਼ਰਤ ਕਰਾਂਗਾ, ਮਾफ़ी ਮੰਗਾਂਗਾ। ਬਾਕੀ ਹੁब्बे अली रहमतुल्लाह, बुग़्ज़े अली लानतुल्लाह बेशुमार।